ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 28 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ ਤੇ ਮਨਜੀਤ ਸਿੰਘ ਸੈਨ ਹੋਜੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਇੱਕ ਗਾਣਾ ਮੇਰੇ ਯਾਦ ਆ ਰਿਹਾ, ਪਰ ਗਾਣਾ ਸਾਰਾ ਨਹੀਂ ਯਾਦ ਆ ਰਿਹਾ, ਸਿਆਸੀ ਦ੍ਰਿਸ਼ ਨੂੰ ਵੇਖ ਕੇ ਯਾਦ ਆ ਰਿਹਾ। ਲੱਗੀ ਯਾਰੀ ਤੋਂ ਹੁੰਦਾ ਸੀ ਖਿੱਲ ਵਰਗਾ ਤੇ ਟੁੱਟ ਕੇ ਪਤਾ ਨਹੀਂ ਸ਼ਰੀਕ ਬਣ ਗਿਆ, ਉਹਨੂੰ ਪੂਰਾ ਨਹੀਂ ਯਾਦ। ਅੱਛਾ। ਅਮਰਤ ਵਿਰਕ ਬਹੁਤ ਚਿਰ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਰਾਜ ਕੀਤਾ, ਲੋਕਾਂ ਦੇ ਦਿਲਾਂ ਤੇ ਛਾਏ ਰਹੇ, ਚੰਗੇ ਫਨਕਾਰ ਸੀਗੇ। ਇਹ ਜਦੋਂ ਟੁੱਟਦੀ ਆ ਨਾ ਸ਼ਰਮਾ ਜੀ, ਤੇ ਉਦੋਂ ਬੜੀ ਔਖੀ ਹੁੰਦੀ ਹੈ। ਇਸ ਤਰ੍ਹਾਂ ਕਿਸੇ ਸਿਆਸੀ ਸ਼ਰੀਕ ਦੀ, ਖਾਸ ਕਰਕੇ ਸ਼ਰੀਕ ਤਾਂ ਵੈਸੇ ਵੀ ਮਾਣ ਨੀਗਾ ਤੇ ਪਰ ਹੁਣ ਜਿਹੜੇ ਸਿਆਸੀ ਸ਼ਰੀਕਾਂ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਉਹ ਇੱਕ ਤਾਂ ਇਸ ਵੇਲੇ ਗੱਦੀ ਨਸ਼ੀਂ ਹੈ ਤੇ ਦੂਜਾ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਵੀ ਨਹੀਂਗਾ, ਕਿਉਂਕਿ ਉਹ ਨੁਮਾਇੰਦਾ ਨਹੀਂ ਕਿਤੋਂ ਵੀ, ਪਰ ਉਹ ਭਾਜਪਾ ਦੇ ਵਿੱਚ ਜ਼ਰੂਰ ਹੈ। ਸੱਤਾਧਾਰੀ ਜਿਹੜੇ ਕੇਂਦਰ ਦੇ ਵਿੱਚ ਆ ਉਹਨਾਂ ਦੇ ਨਾਲ ਜ਼ਰੂਰ ਹੈ। ਗੱਲ ਕਰਾਂਗੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਮਨਪ੍ਰੀਤ ਬਾਦਲ। ਕਿਸੇ ਸਮੇਂ ਯਾਰੀਆਂ ਪੂਰੀਆਂ ਗੂੜੀਆਂ ਸੀ, PPP ਇਨਕਲਾਬ ਦਾ ਖੁਮਾਰ ਸਿਰ ਚੜ੍ਹ ਕੇ ਬੋਲਦਾ ਸੀ। ਸਮੀਕਰਨ ਬਦਲੇ, ਹਾਲਾਤ ਬਦਲੇ ਤੇ ਅੱਡੋ ਅੱਡ ਆਪੋ ਆਪਣੇ ਰਸਤਿਆਂ ਰਾਹੀਂ ਹੁੰਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਵਾਧੇ ਤੁਰਦੇ ਗਏ। ਮਨਪ੍ਰੀਤ ਬਾਦਲ ਇਸ ਵੇਲੇ ਕਿਸੇ ਵਜ਼ਾਰਤ ਦਾ ਹਿੱਸਾ ਨਹੀਂ, ਨਾ ਹੀ ਉਹ ਸੱਤਾ ਦੇ ਵਿੱਚ ਨੇ, ਪਰ ਉਹਨਾਂ ਦੇ ਦੋਸਤ ਜਿਹੜੇ ਪੁਰਾਣੇ ਸੀਗੇ ਉਹ ਇਸ ਵੇਲੇ ਸੱਤਾ ਦੇ ਨੇ ਤੇ ਪੰਜਾਬ ਦੀ ਪਾਵਰ ਦਾ ਇਸ ਵੇਲੇ ਧੁਰਾ ਨੇ ਇੱਕ ਤਰੀਕੇ ਦੇ ਨਾਲ ਮੁੱਖ ਮੰਤਰੀ। ਪਿਛਲੇ ਦਿਨ ਕਾਫੀ ਤਾਨੋ ਮੇਣੀਓ ਹੋਏ ਨੇ ਦੋਨੇ, ਕੀ ਕਹੋਗੇ ਇਹਦੇ ਬਾਰੇ? ਪ੍ਰਵੀਨ ਜੀ, ਮਾਮਲਾ ਵਿਜੀਲੈਂਸ ਦੀ ਪੁੱਛਗਿੱਛ ਤੋਂ ਸ਼ੁਰੂ ਹੁੰਦਾ। ਬਕਾਇਦਾ ਤੌਰ ਤੇ ਇੱਕ ਲੀਡਰ ਵੱਲੋਂ ਜਿਹੜੇ ਸਰੂਪ ਚੰਦ ਸਿੰਗਲਾ ਹੋ ਰਹੀ ਹੈ ਨਾ, ਅਕਾਲੀਆਂ ਚੋਂ ਨਿਕਲ ਕੇ ਆਏ ਸੀ, ਮਨਪ੍ਰੀਤ ਵੀ ਅਕਾਲੀ ਚੋਂ ਨਿਕਲ ਕੇ ਆਏ ਸੀ, ਦੋਏ BJP 'ਚ ਨੇ ਤੇ ਉਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਕਰਦੇ ਨੇ ਜੀ ਇਹਨਾਂ ਨੇ ਆਹ ਪਲਾਟ ਜਿਹੜੇ ਮਤਲਬ ਇੰਨੇ ਗਜ ਵਾਲੇ ਸੀ ਉਹ ਇੰਨੇ ਸਸਤਿਆਂ ਤੇ ਖਰੀਦੇ ਨੇ ਜੀ। ਸੋ ਇਹ ਸਵਾਲ ਇਹਨਾਂ ਨੂੰ ਸ਼ਿਕਾਇਤ ਹੁੰਦੀ ਹੈ। ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਤਲਬ ਕਰਦੀ ਹੈ ਮਨਪ੍ਰੀਤ ਬਾਦਲ ਨੂੰ ਤੇ ਲੰਬੀ ਪੁੱਛਗਿੱਛ ਹੁੰਦੀ ਹੈ। ਤੇ ਪੁੱਛਗਿੱਛ ਤੋਂ ਬਾਅਦ ਮਨਪ੍ਰੀਤ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਦੇ ਵਿੱਚ ਸਿੱਧਾ ਹਮਲਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬੋਲਦੇ ਨੇ ਤੇ ਉਹ ਸਿੱਧਾ ਕਹਿੰਦੇ ਨੇ ਕਿ ਮੈਂ ਤੈਨੂੰ ਚੈਲੰਜ ਕਰਦਾ, ਜੇ ਤੇਰੇ 'ਚ ਦਮ ਹੈ, ਜੇ ਤੇਰੇ 'ਚ ਔਕਾਤ ਹੈ, ਜਿੰਨੀ ਤੇਰੀ ਸ਼ਕਤੀ ਹੈ, ਜਿੰਨੀ ਤੇਰੀ ਤਾਕਤ ਹੈ, ਉਹਨਾਂ ਲਾ ਦੇ, ਤਾਂ ਕਿ ਕੱਲ ਨੂੰ ਤੈਨੂੰ ਇਹ ਨਾ ਰਹੇ ਕਿ ਤੂੰ ਮਨਪ੍ਰੀਤ ਨੂੰ ਬਰਬਾਦ ਨਹੀਂ ਕਰ ਸਕਿਆ, ਤੈਨੂੰ ਇਹ ਨਾ ਰਹੇ ਕਿ ਮੁੱਖ ਮੰਤਰੀ ਦੇ ਹੁੰਦਿਆਂ ਮੇਰੇ ਤੋਂ ਕੁਝ ਰਹਿ ਗਿਆ, ਸੋ ਕਰ ਲੈ ਜੋ ਕਰਨਾ ਹੈ ਨਾ। ਸੋ ਚੈਲੰਜ ਕਰਦੇ ਨੇ। ਉਸ ਤੋਂ ਬਾਅਦ ਫਿਰ ਭਗਵੰਤ ਮਾਨ ਇੱਕ ਜਵਾਬ ਦਿੰਦੇ ਨੇ, ਉਹ ਇੱਕ ਟਵੀਟ ਦੇ ਰਾਹੀਂ ਜਵਾਬ ਦਿੰਦੇ ਨੇ। ਟਵੀਟ ਤੋਂ ਬਾਅਦ ਫਿਰ ਇੱਕ ਵੀਡੀਓ ਭਗਵੰਤ ਮਾਨ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਇੱਕ ਵੀਡੀਓ ਆਉਂਦੀ ਆ ਤੇ ਵੀਡੀਓ ਤੋਂ ਬਾਅਦ ਫਿਰ ਇੱਕ ਟਵੀਟ ਆਉਂਦਾ। ਸੋ ਇਹ ਇੱਕ ਵਾਰ ਸ਼ੁਰੂ ਹੁੰਦੀ ਹੈ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਰਾਜਪਾਲ ਨਾਲ ਇੱਕ ਸ਼ਬਦੀ ਜੰਗ ਚੱਲ ਰਹੀ ਹੈ, ਸਿਆਸੀ ਜੰਗ ਚੱਲ ਰਹੀ ਹੈ। ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਪਾਲ ਖਹਿਰਾ ਨਾਲ ਇੱਕ ਸਿਆਸੀ ਜੰਗ, ਸ਼ਬਦੀ ਜੰਗ ਚੱਲ ਰਹੀ ਹੈ। ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, SGPC ਦੇ ਪ੍ਰਧਾਨ ਹੈ ਨਾ, ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰਾਂ ਨਾਲ ਇੱਕ ਸਿਆਸੀ ਜੰਗ ਚੱਲ ਰਹੀ ਹੈ। ਉਸੇ ਤਰ੍ਹਾਂ ਮਨਪ੍ਰੀਤ ਬਾਦਲ ਨਾਲ ਵੀ ਇੱਕ ਫਰੰਟ ਖੁੱਲ ਗਿਆ। ਪਰ ਤੁਸੀਂ ਜਿਹੜੀ ਗੱਲ ਕਹੀ ਕਿ ਸ਼ਰੀਕ ਨਾਲ, ਕਿਸੇ ਦੁਸ਼ਮਣ ਨਾਲ ਕੋਈ ਦੁਸ਼ਮਣੀ ਪੈ ਜਾਵੇ ਤਾਂ ਉਹਦਾ ਪਈਓ ਹੁੰਦੀ ਹੈ, ਪਰ ਜੇ ਯਾਰ ਤੋਂ ਬਾਅਦ ਦੁਸ਼ਮਣੀ ਪਵੇ ਸ਼ਾਇਦ ਉਹ ਜ਼ਿਆਦਾ ਗੂੜੀ ਦੁਸ਼ਮਣੀ ਬਣ ਜਾਂਦੀ ਹੈ ਫਿਰ, ਹੈ ਨਾ। ਹਾਂਜੀ ਬਿਲਕੁਲ। ਹੁਣ ਦੋਏ ਰਾਜਦਾਰ ਨੇ ਇੱਕ ਦੂਏ ਦੇ, ਦੋ ਇੱਕ ਦੂਏ ਨੇੜੇ ਤੋਂ ਜਾਣਦੇ ਨੇ। ਮੁੱਖ ਮੰਤਰੀ ਅੱਜ ਭਗਵੰਤ ਮਾਨ ਹੋਰੀ ਜਦੋਂ ਪਹਿਲੀ ਵਾਰ ਸਿਆਸੀ ਪਿੜ 'ਚ ਨਿੱਤਰਦੇ ਨੇ ਤਦ ਉਸ ਨੂੰ ਵਿਧਾਨ ਸਭਾ ਦੀ ਟਿਕਟ ਮਨਪ੍ਰੀਤ ਬਾਦਲ ਦੀ ਪਾਰਟੀ PPP ਦਿੰਦੀ ਹੈ। ਹਾਂਜੀ। ਬੇਸ਼ੱਕ ਭਗਵੰਤ ਮਾਨ ਦੇ ਮਨ ਦੇ ਵਿੱਚ ਸਿਆਸੀ ਮੰਚ ਦਾ ਜਾਂ ਸਿਆਸੀ ਸਟੇਜ ਦਾ ਜੇਕਰ ਕਿਸੇ ਨੇ ਕਣ ਪਾਇਆ ਤਾਂ ਉਹ ਆਪਣਾ ਨਵਜੋਤ ਸਿੰਘ ਸਿੱਧੂ ਨੇ,
ਨਵਜੋਤ ਸਿੰਘ ਸਿੱਧੂ ਦੇ ਉੱਤੇ ਰੋਕ ਲੱਗ ਜਾਂਦੀ ਆ, ਉਹਨਾਂ ਦੀ ਐਮਪੀਸ਼ਿਪ ਚਲੀ ਜਾਂਦੀ ਆ, ਤੇ ਉਸ ਸਮੇਂ ਉਹ ਜੱਜ ਸੀਗੇ ਲਾਫਟਰ ਚੈਲੰਜ ਦੇ ਵਿੱਚ, ਤੇ ਭਗਵੰਤ ਮਾਨ ਇੱਕੋ ਦੇ ਵਿੱਚ ਪਾਰਟੀ 'ਚ ਬਤੌਰ ਮਤਲਬ ਪੇਸ਼ ਕਰਨ ਵਾਲੇ ਹਿੱਸਾ ਲੈ ਰਹੇ ਸੀਗੇ, ਜਦੋਂ ਪਹਿਲਾਂ ਉਹ ਰਾਜੂ ਸ਼੍ਰੀਵਾਸਤਵ ਉਹ ਹੈ ਨਾ, ਉਸ ਸਮੇਂ। ਤੇ ਉਸ ਸਮੇਂ ਕਹਿੰਦੇ ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ ਕਿਹਾ ਸੀਗਾ ਕਿ ਜੇ ਮੇਰੇ ਤੇ ਰੋਕ ਲੱਗੀ ਰਹੀ, ਮੈਂ ਚੋਣ ਨਾ ਲੜ ਸਕਿਆ, ਤਾਂ ਮੈਂ ਤੈਨੂੰ ਟਿਕਟ ਦਵਾਉਂਗਾ। ਉੱਥੋਂ ਮਨ 'ਚ ਬੈਠਿਆ ਕੀੜਾ, ਤੇ ਸ਼ੁਰੂ ਤੋਂ ਜਿਹੀ ਜੀ ਭਗਵੰਤ ਮਾਨ ਹੋਰੀ ਰਾਜਨੀਤਿਕ ਸਟਾਇਰ ਕਰਦੇ ਸੀ, ਤੰਜ ਕੱਸਦੇ ਸੀ, ਉਹ ਚੇਤਨਾ, ਉਹ ਸਮਝ ਹੈਗੀ ਸੀ। ਸੋ ਬੋਲਣ ਦੇ ਮਾਹਰ ਨੇ, ਅੱਜ ਵੀ ਉਹ ਆਪਣੀ ਸ਼ੈਲੀ ਨਾਲ ਕੀਲ ਲੈਂਦੇ ਨੇ, ਚਾਹੇ ਉਹ ਸਿਆਸੀ ਪੱਧਰ ਦੇ ਉੱਤੇ, ਇਸ ਪੱਧਰ ਦਾ ਉਹ ਹੋਵੇ ਨਾ ਹੋਵੇ, ਪਰ ਲੋਕਾਂ ਨੂੰ ਸਵਾਦ ਆਉਂਦਾ। ਸੋ ਇਸ ਲਈ ਉੱਥੋਂ ਪੈਦਾ ਹੋਇਆ ਉਹਨਾਂ ਦੇ ਅੰਦਰ ਉਹ ਕਣ, ਲਿਆ ਕੇ ਉਹਨਾਂ ਨੂੰ ਬੀਬੀ ਭੱਠਲ ਦੇ ਸਾਹਮਣੇ ਚੋਣ ਲੜਾ ਦਿੰਦਾ। ਤੇ ਉਸ ਸਮੇਂ ਪੀਪੀਪੀ ਔਰ ਭਗਵੰਤ ਮਾਨ ਹੋਰੀ ਮਨਪ੍ਰੀਤ ਬਾਦਲ ਤੇ ਇੱਕੋ ਧੁਰੇ ਦੇ ਮਤਲਬ ਕਿ ਕੰਮ ਕਰ ਰਹੇ ਸੀ। ਚੋਣ ਹਾਰ ਜਾਂਦੇ ਨੇ, ਪੀਪੀਪੀ ਬਾਹਰ ਹੋ ਜਾਂਦੀ ਆ, ਮਨਪ੍ਰੀਤ ਬਾਦਲ ਬਾਅਦ ਚੋਂ ਕਾਂਗਰਸ ਦਾ ਰੁਖ ਕਰ ਲੈਂਦੇ ਨੇ, ਭਗਵੰਤ ਮਾਨ ਆਪ ਦਾ, ਜਦੋਂ ਭਗਵੰਤ ਮਾਨ ਆਪ ਚਾਹੁੰਦੇ ਨੇ ਤਾਂ ਮਨਪ੍ਰੀਤ ਬਾਦਲ ਰੋਕਦੇ ਨੇ। ਤੇ ਜਦੋਂ ਆਪ ਤੋਂ ਮਤਲਬ ਕਿ ਭਗਵੰਤ ਮਾਨ ਹੋਰੀ ਸੱਦਦੇ ਨੇ ਮਨਪ੍ਰੀਤ ਬਾਦਲ ਨੂੰ, ਤਾਂ ਮਨਪ੍ਰੀਤ ਬਾਦਲ ਆਉਣੋਂ ਨਾ ਕਰ ਦਿੰਦੇ ਨੇ। ਤੇ ਫਿਰ ਜਦੋਂ ਭਗਵੰਤ ਮਾਨ ਐਮਪੀ ਦੀ ਚੋਣ ਜਿੱਤ ਜਾਂਦੇ ਨੇ, ਤੇ ਮਨਪ੍ਰੀਤ ਬਾਦਲ ਕਾਂਗਰਸ ਜਾ ਕੇ ਐਮਪੀ ਦੀ ਚੋਣ ਹਾਰ ਜਾਂਦੇ ਨੇ, ਫਿਰ ਭਗਵੰਤ ਮਾਨ ਕਹਿੰਦੇ ਨੇ ਕਿ ਦੱਸ ਹੁਣ, ਮੈਂ ਤੈਨੂੰ ਕਿਹਾ ਸੀ ਨਾ ਕਿ ਇੱਧਰ ਆ ਜਾ ਜੀ, ਹੈ ਨਾ। ਫਿਰ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ, ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤੇ ਕਾਂਗਰਸ ਜਿੱਤ ਜਾਂਦੀ ਹੈ, ਤੇ ਮਨਪ੍ਰੀਤ ਬਾਦਲ ਐਮਐਲਏ ਜਿੱਤ ਜਾਂਦੇ ਨੇ, ਤੇ ਐਮਐਲਏ ਜਿੱਤ ਕੇ ਉਹ ਮੰਤਰੀ ਬਣ ਜਾਂਦੇ ਨੇ। ਫਿਰ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਦੇਖਿਆ, ਮੈਂ ਤੈਨੂੰ ਕਿਹਾ ਸੀ ਨਾ ਆਪਾਂ ਇਕੱਠੇ ਰਹਿੰਦੇ, ਇੱਧਰ ਹੁੰਦਾ ਤੂੰ। ਸੋ ਇਹ ਸਾਰਾ ਦੌਰ ਚੱਲਦਿਆਂ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਨੇ। ਤੇ ਇਸ ਦੇ ਹਵਾਲੇ ਨਾਲ ਮਨਪ੍ਰੀਤ ਬਾਦਲ ਨੇ ਜਦੋਂ ਚੈਲੰਜ ਕੀਤਾ, ਜਦੋਂ ਵਿਜੀਲੈਂਸ ਦੇ ਹਵਾਲੇ ਨਾਲ ਚੈਲੰਜ ਕੀਤਾ, ਤਾਂ ਉਸ ਤੋਂ ਬਾਅਦ ਮਾਨ ਹੋਰਾਂ ਨੇ ਇੱਕ ਟਵੀਟ ਕਰਕੇ ਕਿਹਾ ਕਿ ਮੈਨੂੰ ਤੇਰੀ ਇਮਾਨਦਾਰੀ ਦਾ ਪਤਾ ਹੈ ਮਨਪ੍ਰੀਤ, ਤੂੰ ਮੈਨੂੰ ਨਾ ਦੱਸ, ਮੈਂ ਤੇਰੀ ਇਮਾਨਦਾਰੀ ਤੋਂ ਜਾਣੂ ਆ, ਹੈ ਨਾ। ਮੈਨੂੰ ਪਤਾ ਹੈ ਤੇਰੇ ਬਗੀਚੇ ਦੇ ਵਿੱਚ ਜਿਹੜੇ ਕਿੰਨੂ ਲੱਗੇ ਨੇ ਨਾ, ਕਿ ਉਹ ਕਹੇ ਜੇ ਨੇ। ਸੋ ਇਸ ਲਈ ਏਦਾਂ ਦੀ ਗੱਲ ਹੈ ਨਾ, ਮੈਂ ਤੇਰੇ ਕਿੰਨੂਆਂ ਤੋਂ ਵੀ ਜਾਣਦਾ, ਮੈਂ ਤੇਰੇ ਕੰਮਾਂ ਤੋਂ ਵੀ ਜਾਣਦਾ, ਹੈ ਨਾ, ਮੈਨੂੰ ਸਾਰਾ ਕੁਝ ਪਤਾ ਹੈ। ਤੇਰੀ ਗੱਡੀ ਚਲਾਉਣਾ ਤੇ ਟੋਲ ਤੇ ਆਪ ਪਰਚੀ ਕਟਾਉਣਾ, ਕਹਿੰਦਾ ਮੈਂ ਸਾਰੇ ਤੇਰੇ ਡਰਾਮੇ ਜਾਣਦਾ ਜੀ। ਸੋ ਇਸ ਲਈ ਉਹਨੇ ਇਹ ਕਿਹਾ, ਤੇ ਇੱਧਰ ਮਨਪ੍ਰੀਤ ਨੇ ਮੋੜਵਾਂ ਜਵਾਬ ਦਿੱਤਾ। ਮਨਪ੍ਰੀਤ ਬਾਦਲ ਕਹਿੰਦਾ ਕਿ ਮੈਂ ਚੈਲੰਜ ਵੀ ਕਰਦਾ, ਤੇ ਨਾਟਕ ਤੇਰਾ ਸਾਰਾ ਪੰਜਾਬ ਦੇਖ ਰਿਹਾ, ਮੈਂ ਕੀ ਦੇਖਣਾ, ਕਹਿੰਦਾ ਤੇਰੀ ਨਟੱਕੀ ਸਾਰਿਆਂ ਨੂੰ ਪਤਾ, ਤੂੰ ਕੀ ਨਟੱਕੀ ਕਰਦਾ ਮੇਰੇ ਖਿਲਾਫ, ਜੇ 1 ਵੀ ਰੁਪਏ ਦਾ। ਫਿਰ ਸ਼ੇਰੋ ਸ਼ਾਇਰੀ ਵੀ ਇੱਕੋ ਤਰ੍ਹਾਂ ਦੀ ਚੱਲੀ, ਹੈ ਨਾ। ਸੋ ਇਸ ਲਈ ਉਹਦੇ ਵਿੱਚ ਸਾਰਿਆਂ ਦੇ ਮੂਹਰੇ ਹੁਣ ਸਵਾਲ ਇਹ ਖੜਾ ਹੈ ਕਿ ਭਗਵੰਤ ਮਾਨ ਕੋਲ ਤਾਂ ਸੱਤਾ ਹੈ, ਭਗਵੰਤ ਮਾਨ ਮੁੱਖ ਮੰਤਰੀ ਨੇ, ਤੇ ਮਨਪ੍ਰੀਤ ਬਾਦਲ ਬਾਰੇ ਪੰਜਾਬ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ ਨੇ, ਤੇ ਜੇ ਬਾਕੀਆਂ ਦੀ ਜਾਂਚ ਹੋ ਰਹੀ ਹੈ ਤਾਂ ਮਨਪ੍ਰੀਤ ਦੀ ਵੀ ਹੋ ਜਾਣੀ ਚਾਹੀਦੀ ਹੈ। ਤੇ ਜੇ ਤੁਸੀਂ ਇਮਾਨਦਾਰ ਹੋ, ਤੁਸੀਂ ਕੁਝ ਨਹੀਂ ਖਾਧਾ, ਤਾਂ ਫਿਰ ਜਾਂਚ ਤੋਂ ਭੱਜਣ ਦੀ ਕੀ ਲੋੜ ਹੈ? ਬਿਲਕੁਲ ਸਹੀ ਹੈ। ਤੁਸੀਂ ਕਹਿੰਦੇ ਰਹੇ ਹੋ ਕਿ ਕਾਨੂੰਨ ਤੇ ਸਾਨੂੰ ਭਰੋਸਾ, ਫਿਰ ਕਾਨੂੰਨ ਦਾ ਕਰੋ ਸਾਹਮਣਾ। ਇਹੀ ਵਿਜੀਲੈਂਸ ਕਦੇ ਤੁਹਾਡੇ ਹੱਥ ਸੀ, ਅੱਜ ਅਗਲਿਆਂ ਦੇ ਹੱਥ ਹੈ। ਪਰ ਕੀ ਮਨਪ੍ਰੀਤ ਸਿਰਫ ਰੋਸੇ ਵਜੋਂ ਬੋਲ ਰਿਹਾ ਕਿ ਭਗਵੰਤ ਮਾਨ ਮੇਰਾ ਕਿਸੇ ਸਮੇਂ ਸਿਆਸੀ ਦੋਸਤ ਰਿਹਾ, ਅੱਜ ਸਿਆਸੀ ਦੁਸ਼ਮਣ ਬਣ ਗਿਆ, ਇਹ ਰੋਸ ਹੈ? ਜਾਂ ਇਹ ਲੱਗਦਾ ਕਿ ਮੇਰੇ ਨਾਲ ਵਧੀਕੀ ਹੋ ਰਹੀ ਹੈ? ਜਾਂ ਮਨਪ੍ਰੀਤ ਬਾਦਲ ਬੀਜੇਪੀ ਦੀ ਸ਼ਹਿ ਤੇ ਬੋਲ ਰਿਹਾ? ਤੂੰ ਨਹੀਂ ਬੋਲਦਾ, ਤੇਰੇ 'ਚ ਤੇਰਾ ਯਾਰ ਬੋਲਦਾ। ਹੁਣ ਕਿਹਦੇ ਸਹਾਰੇ ਬੋਲਦਾ ਮਨਪ੍ਰੀਤ ਬਾਦਲ? ਕੀ ਉਹਨੂੰ ਕੋਈ ਪਿੱਛੋਂ ਥਾਪੜਾ ਮਿਲਿਆ ਕਿ ਹੋ ਜਾ ਸਿੱਧਾ, ਕੋਈ ਨਾ ਜਿੱਥੇ ਦੇਖਾਂਗੇ? ਕੀ ਉਹਨੂੰ ਲੱਗਦਾ ਕਿ ਜੇ ਤੇਰੇ ਕੋਲ ਵਿਜੀਲੈਂਸ ਹੈ, ਮੇਰੇ ਕੋਲ ਈਡੀ, ਇਨਕਮ ਟੈਕਸ, ਸੀਬੀਆਈ, ਬੜੀਆਂ ਏਜੰਸੀਆਂ ਹੈਗੀਆਂ, ਉਹਨਾਂ ਦਾ ਰੁਖ ਖੁੱਲ ਸਕਦਾ? ਪਰ ਕੀ ਮਨਪ੍ਰੀਤ ਨੂੰ ਇਹ ਪਤਾ ਹੈ ਕਿ ਜਿਨ੍ਹਾਂ ਨੇ ਈਡੀ, ਸੀਬੀਆਈ, ਇਨਕਮ ਟੈਕਸ ਦੀਆਂ ਇਹ ਭੇਜਣੀਆਂ ਨੇ ਏਜੰਸੀਆਂ, ਉਹਨਾਂ ਨਾਲ ਜਰਾਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਹੈਗਾ? ਸੋ ਕੀ ਇਹ ਜਾਣਦੇ ਨੇ ਉਹ? ਸੋ ਜੋ ਵੀ ਹੋਵੇ, ਇਹ ਸਿਆਸੀ ਬਵਾਲ ਦੇ ਵਿੱਚੋਂ ਪੰਜਾਬ ਦਾ ਪਤਾ ਨਹੀਂ ਕੁਛ ਸੁਧਰਨਾ ਜਾਂ ਨਹੀਂ ਸੁਧਰਨਾ, ਪਰ ਸੋਸ਼ਲ ਮੀਡੀਆ ਤੇ ਚਟਕਾਰੇ ਖੂਬ ਨੇ, ਔਰ ਵਿਜੀਲੈਂਸ ਦੀ ਕਾਰਗੁਜ਼ਾਰੀ ਤੇ ਨਜ਼ਰ ਹੈ। ਮੈਂ ਕਹਿੰਦਾ ਪ੍ਰਵੀਨ ਜੀ, ਪਿਛਲੇ 20 ਸਾਲਾਂ ਦੇ ਸਾਰੇ ਸਿਸਟਮ ਦੀ ਸਮੀਖਿਆ ਹੋਣੀ ਚਾਹੀਦੀ ਆ। ਸਾਰੇ ਸਿਆਸੀ ਲੀਡਰਾਂ ਦੇ ਖਾਤੇ, ਘਰ, ਫਾਈਲਾਂ, ਦਫ਼ਤਰ, ਉਹਨਾਂ ਦੀ ਜਾਇਦਾਦ ਫਰੋਲੀ ਜਾਣੀ ਚਾਹੀਦੀ ਆ। ਪਰ ਨਾਲ ਦੀ ਨਾਲ ਮੀਟਰ ਇਹਨਾਂ ਦੇ ਵੀ ਲੱਗ ਜਾਣਾ ਚਾਹੀਦਾ ਜੀ। ਘਰਾਂ ਦੇ ਅੰਦਰ ਇੱਕ ਅੱਜ ਕੱਲ੍ਹ ਲੱਗਦੇ ਨਾ ਤਾਪਮਾਨ ਨਾਪਣ ਵਾਲਾ, ਕਿ ਹਾਂਜੀ ਬਾਹਰ ਕਿੰਨਾ, ਅੰਦਰ ਕਿੰਨਾ। ਸੋ ਬਾਹਰਲਿਆਂ ਦਾ ਤਾਪਮਾਨ ਜੇ ਮਾਨ ਸਾਹਿਬ ਦੇਖ ਰਹੇ ਹੋ, ਤਾਂ ਅੰਦਰਲਿਆਂ ਦਾ ਵੀ ਤਾਪਮਾਨ ਚੈੱਕ ਰੱਖਿਓ ਕਿ ਇਹਨਾਂ ਦਾ ਕਿੰਨਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਨਜ਼ਰ ਪੰਜਾਬ ਦੀ ਇਸੇ ਉੱਤੇ ਵੀ ਹੈ। ਸੋ ਇਸ ਲਈ, ਪਰ ਇਹ ਵਰਤਾਰੇ ਦੇ ਵਿੱਚੋਂ ਇਹ ਖੋਖਲਾਪਣ ਨਜ਼ਰ ਆਉਂਦਾ ਹੈ ਜਦੋਂ ਤੁਸੀਂ ਏਦਾਂ ਦੇ ਸ਼ਬਦਾਂ ਬਣੇ ਤੇ ਆ ਜਾਂਦੇ ਹੋ। ਵਿਜੀਲੈਂਸ ਦੀ ਜਾਂਚ ਹੈ ਤਾਂ ਜਾਂਚ ਦਾ ਸਾਹਮਣਾ ਕਰ ਲਓ। ਪਰ ਇਹ ਸਿਆਸੀ ਤਾਕਤਾਂ ਦੇ ਵੱਲ ਨਾ ਬੋਲਿਆ ਜਾ ਰਿਹਾ। ਤੁਸੀਂ ਕਹਿ ਰਹੇ ਸੀ ਕਿ ਮਨਪ੍ਰੀਤ ਬਾਦਲ ਕੋਲ ਕੋਈ ਰੁਤਬਾ ਨਹੀਂ, ਕੋਈ ਅਹੁਦਾ ਨਹੀਂ, ਉਸ ਨੂੰ ਇਹ ਲੱਗਦਾ ਕਿ ਸਭ ਤੋਂ ਬੜਾ ਰੁਤਬਾ ਹੀ ਮੇਰੇ ਕੋਲ ਹੈ, ਕਿਉਂਕਿ ਮੇਰੀ ਪਿੱਠ ਤੇ ਬੀਜੇਪੀ ਹੈ। ਸੋ ਇਸ ਲਈ ਇਹ ਲੜਾਈ
ਵੱਡੀ ਵੀ ਹੋ ਸਕਦੀ ਹੈ ਔਰ ਇਹ ਕਿਸੇ ਆਰ-ਪਾਰ ਦੇ ਮੁਕਾਮ ਤੇ ਵੀ ਜਾ ਸਕਦੀ ਹੈ। ਬਿਲਕੁਲ ਮਨਪ੍ਰੀਤ ਵਾਲੀ ਟੋਨ 'ਚ ਖਹਿਰੇ ਨੇ ਜਵਾਬ ਦਿੱਤਾ। ਹਾਂਜੀ, ਹਾਂਜੀ, ਸੇਮ ਮੈਨੂੰ ਮੈਂ ਕਹਿੰਦਾ ਸ਼ਬਦ ਕਾਪੀ ਕਰਕੇ ਜਾਂ ਤਾਂ ਪਤਾ ਨਹੀਂ ਮਨਪ੍ਰੀਤ ਬਾਦਲ ਨੂੰ ਸੁਣਾਈ ਹੈ, ਪਤਾ ਜੀ। ਨਹੀਂ ਭਗਵੰਤ ਮਾਨ ਨੂੰ ਸੁਣਾਈ ਹੈ, ਪਤਾ ਨਹੀਂ ਸਵਾਦ ਲਿਆ, ਪਤਾ ਹਾਂ। ਨਹੀਂ ਸਕ੍ਰਿਪਟ ਇੱਕੋ ਥਾਂ ਤੇ ਲਿਖ ਕੇ ਆਈ ਹੈ। ਹੂੰ, ਸੋ ਕੁਛ ਤਾਂ ਹੈ। ਜੀ ਬਿਲਕੁਲ। ਇਹ ਜਿਹੜੀ ਤੁਸੀਂ ਮਨਪ੍ਰੀਤ ਬਾਦਲ ਵਾਲਾ ਪੱਖ ਹੋਇਆ ਨਾ, ਇਹ ਬੀਜੇਪੀ ਦੇ ਬਹੁਤ ਲੀਡਰਾਂ ਦੀ ਟੋਨ ਹੈ, ਖਾਸ ਕਰਕੇ ਜਿੱਥੇ ਵਿਰੋਧੀ ਧਿਰ ਦੇ ਨੇ। ਤੁਸੀਂ ਬਿਲਕੁਲ ਪੱਛਮੀ ਬੰਗਾਲ ਦਾ ਸਿਨਾਰੀਓ ਦੇਖ ਲਓ, ਜੀ, ਤੁਸੀਂ ਕੇਰਲ ਦੇ ਵਿੱਚ ਹਾਲਾਤ ਦੇਖ ਲਓ, ਤੁਸੀਂ ਬਿਲਕੁਲ ਹੋਰਨਾਂ ਥਾਵਾਂ ਤੇ ਤੁਸੀਂ ਰਾਜਸਥਾਨ ਦੇ ਵਿੱਚ ਦੇਖ ਲਓ, ਜਿੱਥੇ ਬਿਲਕੁਲ ਬੀਜੇਪੀ ਸੱਤਾ ਤੋਂ ਬਾਹਰ ਆ ਨਾ, ਉੱਥੇ ਉਹਨਾਂ ਦੇ ਜਿਹੜੇ ਲੀਡਰ ਆ ਉੱਥੇ ਵਿਚਰਨ ਵਾਲੇ, ਹਾਂ ਉਹਨਾਂ ਦੀ ਟੋਨ ਕੁਛ ਹੋਰ ਆ। ਮੈਂ ਉਹਦਾ ਨਾਮ ਭੁੱਲ ਜਾਣਾ, ਮੈਨੂੰ ਵਿਸਰ ਜਾਂਦਾ, ਜਿਹੜਾ ਦਿੱਲੀ ਦੇ ਵਿੱਚ ਬੀਜੇਪੀ ਦਾ ਲੀਡਰ ਹੈ ਤੇ ਉਹ ਫਿਲਮ ਇੰਡਸਟਰੀ ਤੋਂ ਆਉਂਦਾ ਹੈ। ਉੱਥੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਤੇ, ਇਸ ਕਰਕੇ ਜਦੋਂ ਉਹ ਨਿਸ਼ਾਨੇ ਲਾਉਂਦਾ ਨਾ ਬੀਜੇਪੀ ਤੇ, ਉਹ ਫਿਰ ਇੱਕ ਤਾਂ ਹੈ ਅਦਾਕਾਰ, ਜਿਵੇਂ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਹੈ, ਇੱਕ ਉਹਦੇ ਫਿਰ ਸ਼ਬਦ ਬੜੇ ਤਿੱਖੇ ਹੁੰਦੇ ਤੇ ਵਿੰਨ ਕੇ ਨਿਸ਼ਾਨੇ ਲਾਉਂਦਾ ਫਿਰ ਉਹ ਆਮ ਆਦਮੀ ਪਾਰਟੀ ਤੇ। ਕ੍ਰਿਸ਼ਨਾ ਪਤਾ ਨਹੀਂ ਇਹ ਜਿਹਾ ਕੁਛ ਉਹਦਾ ਨਾਮ ਆ, ਮੈਂ ਭੁੱਲ ਜਾਣਾ, ਮੈਨੂੰ ਯਾਦ ਨਹੀਂ ਆਉਂਦਾ। ਇੱਕ ਅੱਛਾ ਵਾਰੀ ਰੋਣ ਵੀ ਲੱਗ ਪਿਆ ਸੀ ਉਹ ਕਿਸੇ ਗੱਲ ਮਤਲਬ ਨੂੰ ਲੈ ਕੇ, ਮਸਲੇ ਨੂੰ ਲੈ ਕੇ। ਜੀ, ਤੇ ਆਪਾਂ ਇਸੇ ਗੱਲ ਨੂੰ ਅੱਗੇ ਤੋਰੀਏ। ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਜਿੱਦੇ ਵਿਜੀਲੈਂਸ ਮੂਹਰੇ ਪੇਸ਼ ਹੋਇਆ, ਉਦੋਂ ਦੀ ਇਹ ਗੱਲ ਜਿਹੜੀ ਹੈ ਗੱਲਬਾਤ ਉਸ ਦਿਨ ਦਾ ਐਪੀਸੋਡ ਚੱਲਿਆ। ਤੇ ਨਾਲ ਥੋੜਾ ਗਾਂਹ ਹੋਰ ਹੋ ਜਾਂਦੇ ਆ, ਮਾਨਸਾ ਦੀ ਗੱਲ ਕਰ ਲੈਂਦੇ ਆ। ਮਾਨਸਾ ਦੇ ਵਿੱਚ ਮੋਰਚਾ ਲੱਗਿਆ ਹੋਇਆ ਪਰਵਿੰਦਰ ਝੋਟੇ ਨੂੰ ਛੁਡਵਾਉਣ ਦੇ ਲਈ। ਜਿੰਨੇ ਵੀ ਸਮਾਜਿਕ ਜਥੇਬੰਦੀਆਂ ਨੇ, ਜਿੰਨੇ ਵੀ ਸਮਾਜਿਕ ਕਾਰਕੁਨ ਆ, ਉਹ ਉੱਥੇ ਆਪਦੀ ਹਾਜ਼ਰੀ ਨਿੱਤ ਦਿਨ ਲਗਵਾ ਰਹੇ ਆ। ਮਾਨਸਾ ਤੋਂ ਹੀ ਹੁਣ ਮਾਨ ਸਾਹਿਬ ਨੂੰ ਆਵਾਜ਼ਾਂ ਪੈ ਰਹੀਆਂ ਨੇ ਕਿ ਮਾਨ ਸਾਹਿਬ ਇੱਕ ਵਾਰੀ ਆ ਕੇ ਗੱਲ ਸੁਣੋ, ਮੈਂ ਤੁਹਾਡੀ ਵੋਟ ਬੋਲਦਾ। ਮਾਮਲਾ ਕੀ ਹੈ ਪੂਰਾ ਸ਼ਰਮਾ ਜੀ? ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ, ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇੱਕ ਵਿਅਕਤੀ ਹੈ, ਪੰਜਾਬ ਦਾ ਵੋਟਰ ਹੈ, ਜੀ, ਮਾਨਸਾ ਖੇਤਰ ਨਾਲ ਸੰਬੰਧਿਤ ਹੈ। ਹੂੰ, ਅੰਦਾਜ਼ਾ ਲਾਇਆ ਜਾ ਰਿਹਾ ਕਿ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਇੱਕ ਸਰਗਰਮ ਵਰਕਰ ਰਿਹਾ, ਹੂੰ, ਪਰ ਹੁਣ ਉਹ ਇਸ ਗੱਲੋਂ ਔਖਾ ਕਿ ਚਿੱਟਾ ਤਾਂ ਹਟਿਆ ਹੀ ਨਹੀਂ। ਜੀ, 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ 1.5 ਸਾਲ ਹੂੰ, ਇਹਨੂੰ ਕੰਟਰੋਲ ਕਰਨਾ ਔਖਾ ਨਹੀਂ। ਪੁਲਿਸ ਤੇ ਪ੍ਰਸ਼ਾਸਨ ਤੇ ਸਰਕਾਰ ਤਿੰਨੇ ਧਿਰਾਂ ਜੇਕਰ ਇੱਕ ਕੜੀ 'ਚ ਫੈਸਲਾ ਕਰ ਲੈਣ, ਸਵੇਰ ਤੋਂ ਚਿੱਟੇ ਦੀ ਸਪਲਾਈ ਬੰਦ ਹੋ ਸਕਦੀ ਹੈ। ਹੂੰ, ਚੀਮਾ ਸਾਹਿਬ ਕਹਿੰਦੇ ਕਿ ਪਾਕਿਸਤਾਨ ਦੇ ਇੱਕ ਮੰਤਰੀ ਨੇ ਕਿਹਾ ਕਿ ਜੀ ਹਾਂ, ਇੱਕ ਲੀਡਰ ਨੇ ਕਿਹਾ ਜੀ ਕਿ ਅਸੀਂ ਸਪਲਾਈ ਡਰੋਨ ਰਾਹੀਂ ਹੁੰਦੀ ਹੈ। ਸੋ ਜੀ, ਡਰੋਨ ਦਾ ਰੌਲਾ ਤਾਂ ਕੈਪਟਨ ਅਮਰਿੰਦਰ ਵੀ ਪਾਉਂਦੇ ਸੀ, ਜਦ ਤੁਸੀਂ ਕਹਿੰਦੇ ਸੀ ਡਰੋਨ ਗਲਤ ਹੈ, ਉਹ ਐਵੇਂ ਝੂਠ ਹੈ ਜੀ, ਇਹ ਤਾਂ ਡਰਾਮਾ ਹੈ ਜੀ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਹੈ ਜਾਂ ਸੱਚਮੁੱਚ ਹੈ? ਜੇ ਸੱਚਮੁੱਚ ਹੈ ਫਿਰ ਕੇਂਦਰ ਸਖਤੀ ਕਿਉਂ ਨਹੀਂ ਕਰਦਾ? ਉਹ ਤਾਂ 50 ਕਿਲੋਮੀਟਰ ਦਾ ਬਾਰਡਰ ਸਾਡਾ ਦੱਬੀ ਬੈਠਾ, ਜੀ, ਜੀ, ਤੇ ਫਿਰ ਪਾਕਿਸਤਾਨ ਤੋਂ ਆ ਕਿਵੇਂ ਰਿਹਾ? ਪਰ ਇੱਧਰ ਇਹ ਵਿਅਕਤੀ ਕਹਿੰਦਾ ਜੀ ਮੈਨੂੰ ਨਹੀਂ ਪਤਾ ਦੇਸ਼ 'ਚ ਕੀ ਹੁੰਦਾ, ਮੈਨੂੰ ਨਹੀਂ ਪਤਾ ਦੁਨੀਆ 'ਚ ਕੀ ਹੁੰਦਾ, ਮੈਨੂੰ ਨਹੀਂ ਪਤਾ ਬਾਰਡਰ ਤੋਂ ਆਉਂਦਾ ਕਿੱਥੋਂ ਆਉਂਦਾ, ਪਰ ਸਾਡੇ ਇਲਾਕੇ 'ਚ ਘਰ ਘਰ ਚਿੱਟਾ ਮਿਲਦਾ ਜੀ ਕਹਿੰਦਾ, ਠੀਕ ਹੈ, ਅੱਛਾ, ਤੇ ਸਪਲਾਈ ਨਹੀਂ ਰੁਕੀ। ਕਹਿੰਦਾ ਫਿਰ ਮੈਂ ਦੱਸੋ ਕੀ ਕਰਾਂ? ਸੋ ਇਸ ਲਈ ਉਸ ਬੰਦੇ ਨੇ ਆਪਣਾ ਰੋਸਾ ਪ੍ਰਗਟਾਉਣ ਦਾ, ਮੁੱਖ ਮੰਤਰੀ ਤੱਕ ਆਪਣਾ ਸੁਨੇਹਾ ਪਹੁੰਚਾਉਣ ਦਾ ਇੱਕ ਨਵੇਕਲਾ ਤਰੀਕਾ ਕੱਢਿਆ। ਠੀਕ ਹੈ, ਉਹਨੇ ਅੱਧਾ ਧੜ ਆਪਣਾ ਨੰਗਾ ਕਰਕੇ, ਛਾਤੀ ਦੇ ਉੱਤੇ ਵੀ ਤੇ ਆਪਣੀ ਢੂਹੀ ਪਿੱਠ ਦੇ ਉੱਤੇ ਵੀ, ਹੈਨਾ, ਉਹ ਬੋਲ ਲਿਖੇ ਨੇ, ਤੇ ਉਹਨੇ ਬਕਾਇਦਾ ਛਾਤੀ ਤੇ ਲਿਖਿਆ, ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਇੱਕ ਗੱਲ ਕਰਨੀ ਹੈ। ਠੀਕ ਹੈ, ਤੇ ਪਿੱਠ ਪਿੱਛੇ ਲਿਖਿਆ, ਮੈਂ ਤੁਹਾਡੀ ਵੋਟ ਬੋਲਦੀ ਹਾਂ। ਉਹ ਅੱਛਾ, ਸੋ ਇਹ ਉਹਨੇ ਮੋਟਾ ਕਰਕੇ ਲਿਖਿਆ, ਤੇ ਉਹ ਮਾਨਸਾ ਦੇ ਬਾਜ਼ਾਰਾਂ 'ਚ, ਮਾਨਸਾ ਦੀਆਂ ਗਲੀਆਂ 'ਚ, ਮਾਨਸਾ ਦੀਆਂ ਬੀਹਾਂ 'ਚ, ਮਾਨਸਾ ਦੀ ਕਚਹਿਰੀਆਂ 'ਚ, ਮਾਨਸਾ ਦੇ ਬੱਸ ਅੱਡੇ ਤੇ, ਹਰ ਥਾਂ ਚੌਂਕ ਚੌਰਾਹੇ 'ਚ ਘੁੰਮ ਰਿਹਾ। ਠੀਕ ਹੈ, ਤੇ ਉਹ ਕਹਿੰਦਾ ਮੈਨੂੰ ਉਮੀਦ ਆ ਕਿ ਮਾਨ ਸਾਹਿਬ ਮੇਰੀ ਗੱਲ ਸੁਣਨਗੇ ਤੇ ਆ ਕੇ ਮੇਰੇ ਨਾਲ ਗੱਲ ਕਰਨਗੇ। ਅਜੇ ਵੀ ਉਮੀਦ ਆ ਉਹਨੂੰ। ਸੋ ਮੈਂ ਕਹਿੰਦਾ ਉਹਦੀ ਉਮੀਦ ਕਿਉਂ, ਪੂਰੇ ਪੰਜਾਬ ਦੀ ਉਮੀਦ ਪੂਰੀ ਹੋ ਜਾਵੇ ਜੇ ਪੰਜਾਬ 'ਚੋਂ ਚਿੱਟਾ ਮੁੱਕ ਜਾਵੇ। ਇਹ ਪੂਰੇ ਪੰਜਾਬ ਨੂੰ ਉਮੀਦ ਸੀ, ਕਿਸੇ ਸਮੇਂ ਪੰਜਾਬ ਨੂੰ ਉਮੀਦ ਸੀ ਕਿ ਪੰਜਾਬ ਦੇ ਮਸਲਿਆਂ ਦੇ ਲਈ, ਪੰਜਾਬ ਦੇ ਜਵਾਨੀ ਦੇ ਲਈ ਬਾਦਲ ਟੱਬਰ ਬਹੁਤ ਫਿਕਰ ਕਰਦਾ। ਬਹੁਤ ਉਮੀਦਾਂ ਕੀਤੀਆਂ, 2-2 ਵਾਰ ਜਿਤਾਏ ਅਗਲੇ ਨੇ ਲਗਾਤਾਰ। ਫਿਰ ਲੱਗਿਆ ਕਿ ਨਹੀਂ, ਆ ਗੁਟਕਾ ਸਾਹਿਬ ਤੇ ਹੱਥ ਰੱਖਤਾ, ਇਹ ਤੋਂ ਬੜਾ ਭਰੋਸਾ ਕੀ ਕਰਾਂਗੇ। ਤੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਮੁਕਰ ਗਏ, ਤੇ ਅੱਜ ਕਿੱਥੇ ਨੇ ਫਿਰ ਦੇਖ ਲਓ। ਜੀ, ਜੀ, ਠੀਕ ਹੈ। ਫਿਰ ਲੋਕਾਂ ਨੇ ਕੈਪਟਨ ਤੋਂ ਵੀ ਆਸ ਬਹੁਤ ਰੱਖੀ ਸੀ। ਉਸ ਵਾਰ ਆਮ ਆਦਮੀ ਪਾਰਟੀ ਨੂੰ ਝਟਕਾ ਵੀ ਬਹੁਤ ਵੱਡਾ ਲੱਗਿਆ ਸੀ। ਤੇ ਫਿਰ ਲੋਕਾਂ ਨੇ ਸਾਰੇ ਰਵਾਇਤੀ ਧੋਤੇ ਕਿ ਨਹੀਂ ਬਈ ਹੁਣ ਤਾਂ ਬਦਲਾਅ ਲਿਆਉਣਾ ਹੀ ਆ। ਤੇ ਬਦਲਾਅ 1.5 ਸਾਲ 'ਚ ਬਦਲ ਗਿਆ ਜੀ, ਪਹਿਲੇ ਦਿਨ ਤੋਂ ਬਦਲ ਗਿਆ। ਅਗਲੇ ਤਾਂ ਆਪਣੇ ਮੰਤਰੀ ਸੰਤਰੀ ਰੋਜ਼ ਫਸ ਰਹੇ ਨੇ, ਰੋਜ਼ ਮਸਲੇ ਉਲਝ ਰਹੇ ਨੇ, ਹੈਨਾ। ਤੇ ਇਸ ਲਈ ਇਹ ਨੰਗਾ ਧੜ ਮਾਨਸੇ ਦਾ ਇੱਕ ਕੁਲਵੰਤ ਸਿੰਘ ਨਾਂ ਦਾ ਵਿਅਕਤੀ ਨਹੀਂ, ਪੰਜਾਬ ਨੰਗਾ ਧੜ ਹੋ ਕੇ ਖੜਾ ਹੈ ਕਿ ਭਾਈ ਢੱਕ ਹੁੰਦਾ ਹੈ, ਪੰਜਾਬ ਦੀ ਲਾਜ ਬਚਾ ਲਓ, ਜਿਹਦੇ ਲਈ ਤੁਹਾਨੂੰ 92 ਨੂੰ ਚੁਣਿਆ। ਤੇ ਪਰ ਅਫਸੋਸ ਇਹਦੇ ਉੱਤੇ ਡੱਕਾ ਕੰਮ ਨਹੀਂ ਹੋ ਰਿਹਾ। ਕੱਲਾ ਮਾਨਸਾ ਕਿਉਂ, ਪੰਜਾਬ ਦੇ ਹਰ ਜ਼ਿਲ੍ਹੇ 'ਚ, ਹਰ ਪਿੰਡ 'ਚ, ਹਰ ਗਲੀ 'ਚ
ਹੋਮ ਡਿਲੀਵਰੀ ਹੋ ਰਹੀ ਹੈ ਚਿੱਟੇ ਦੀ, ਔਰ ਨਾ ਪਹਿਲੀਆਂ ਸਰਕਾਰਾਂ ਨੇ ਇਹਦੇ ਤੇ ਕੰਮ ਕੀਤਾ, ਨਾ ਹੁਣ ਵਾਲੀ ਕਰ ਰਹੀ ਆ। ਉਸੇ ਤਰ੍ਹਾਂ ਤੰਤਰ ਜਾਰੀ ਆ। ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਭਾਜਪਾ ਦੀ। ਇਹ ਗੱਲ ਸ਼ਰਮਾ ਜੀ ਕਿੱਥੋਂ ਨਿਕਲੇ ਕਿ ਪੰਜਾਬ ਭਾਜਪਾ ਹੁਣ ਆਪਣਾ ਨਾਂ ਬਦਲ ਕੇ ਰੱਖ ਲਵੇ, ਕਾਂਗਰਸ ਭਾਜਪਾ? ਮੁੱਖ ਮੰਤਰੀ ਸਾਹਿਬ ਤਾਂ ਕਦੇ ਗਾਹੇ-ਬਗਾਹੇ ਨਿਸ਼ਾਨਾ ਲਾਉਂਦੇ ਰਹਿੰਦੇ ਆ ਇਹਨਾਂ ਚੀਜ਼ਾਂ ਤੇ। ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਸੁਨੀਲ ਜਾਖੜ ਨੇ ਪਿਛਲੇ ਦਿਨੀ ਗੱਲ ਕੀਤੀ ਸੀ, ਜਦੋਂ ਨਵਾਂ ਵਿਰੋਧੀ ਦਲ ਬਣਿਆ ਇੰਡੀਆ। ਹੂੰ। ਉਹ ਕਹਿ ਰਹੇ ਸੀਗੇ ਕਿ ਹੁਣ ਅਸੀਂ ਪੰਜਾਬ 'ਚ ਵਿਰੋਧੀ ਧਿਰ ਕਾਂਗਰਸ ਨੂੰ ਸਰਕਾਰੀ ਕਾਂਗਰਸ ਕਹੀਏ। ਅੱਛਾ। ਇਹ ਸੁਨੀਲ ਜਾਖੜ ਦੇ ਬੋਲ ਸੀ ਕਿ ਹੁਣ ਤਾਂ ਗੱਠਜੋੜ ਹੋ ਗਿਆ, ਇਸ ਲਈ ਹੁਣ ਉਹ ਸਰਕਾਰੀ ਕਾਂਗਰਸ ਹੋ ਗਈ। ਤੇ ਮਜੀਠੀਆ ਨੇ ਤਾਂ ਰਾਜਪਾਲ ਨੂੰ ਚਿੱਠੀ ਤੱਕ ਲਿਖੀ ਸੀ ਕਿ ਇਹਨਾਂ ਨੂੰ ਸਰਕਾਰ ਵਾਲੇ ਪਾਸੇ ਬਿਠਾਓ ਜੀ। ਤੇ ਪ੍ਰਤਾਪ ਬਾਜਵੇ ਹੋਰੀ ਤਾਂ ਕਹਿੰਦੇ ਸੋਚ ਰਹੇ ਸੀ ਕਿ ਜੇ ਘਰੇ ਲਿਆ ਗੱਠਜੋੜ ਫਿਰ ਸਾਨੂੰ ਮੰਤਰੀ ਵੀ ਬਣਵਾ ਦਿਓ। ਇੱਕ ਪਾਸੇ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ, ਦੂਜੇ ਪਾਸੇ ਉਧਰ ਵੀ। ਪਰ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ। ਖਬਰ ਪੜ੍ਹਨੀ ਪੈਂਦੀ ਆ, ਬਿਆਨ ਸੁਣਨਾ ਪੈਂਦਾ ਹੈ, ਅੱਖਰ ਦੇਖਣੇ ਪੈਂਦੇ ਨੇ। ਤਸਵੀਰਾਂ ਤਾਂ ਕਹਿੰਦੀਆਂ ਨੇ ਕਿ ਕਾਂਗਰਸ ਹੈ ਤੇ ਖਬਰਾਂ ਕਹਿੰਦੀਆਂ ਨੇ ਬੀਜੇਪੀ ਵਾਲੇ ਨੇ। ਜੀ। ਪੰਜਾਬ ਬੀਜੇਪੀ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਬੜਾ ਸੋਚ ਕੇ ਜੇ ਬੋਲਣਾ ਪੈਂਦਾ ਦਿਮਾਗ 'ਚ। ਜੇ ਕਾਂਗਰਸ ਲੱਗਦਾ ਕਿ ਕਾਂਗਰਸ ਦਾ ਲੀਡਰ ਹੈ ਨਾ, ਤੋ ਜੇ ਸਾਡੇ ਤੁਹਾਡੇ ਮਨ 'ਚ ਨਹੀਂ ਇਹ ਗੱਲ ਚੜ ਰਹੀ ਕਿ ਸੁਨੀਲ ਜਾਖੜ ਕਾਂਗਰਸ ਤੋਂ ਭਾਜਪਾ ਹੀ ਹੋ ਗਿਆ, ਤਾਂ ਸੁਨੀਲ ਜਾਖੜ ਦੇ ਮਨ 'ਚ ਕਿੰਨੀ ਕੁ ਚੜੀ ਹੋਣੀ, ਇੱਥੋਂ ਅੰਦਾਜ਼ਾ ਲਾ ਲਓ ਸੀ। ਹਾਂਜੀ, ਚਲੋ, ਉਹ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਆਪਣਾ ਇੱਕ ਵਫਦ ਲੈ ਕੇ, ਸਟੇਟ ਬੀਜੇਪੀ ਦਾ ਇੱਕ ਵਫਦ ਲੈ ਕੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੇ ਨੇ ਕਿ ਭਾਈ ਹੜ੍ਹ ਪੀੜਤਾਂ ਦੀ ਕਿਸੇ ਨੇ ਸਾਰ ਨਹੀਂ ਲਈ ਜੀ। ਖਾਸ ਕਰਕੇ ਸਰਕਾਰੀ ਧਿਰ ਦੀ ਨਲਾਇਕੀ ਕਰਕੇ, ਸਰਕਾਰੀ ਸਿਸਟਮ ਦੀ ਫੇਲੀਅਰ ਕਰਕੇ, ਔਰ ਸਰਕਾਰ ਦੀ ਅਣਦੇਖੀ ਕਰਕੇ ਪੰਜਾਬ 'ਚ ਨੁਕਸਾਨ ਹੋਇਆ। ਇਸ ਲਈ ਇਹਨਾਂ ਦੀ ਸਰਕਾਰ ਨੂੰ ਬਰਖਾਸਤ ਕਰੋ ਜੀ, ਇਹਨਾਂ ਤੇ ਕਾਰਵਾਈ ਕਰੋ ਜੀ, ਇਹਨਾਂ ਤੋਂ ਪੁੱਛਗਿੱਛ ਕਰੋ ਜੀ। ਉਹ ਸਾਰਾ ਰੋਣਾ ਰੋਣ ਉਹਦੇ ਕੋਲ ਜਾਂਦੇ ਨੇ। ਠੀਕ ਹੈ। ਬੀਜੇਪੀ ਜਾਂਦੀ ਆ ਆਪਣੇ ਪਾਰਟੀ ਦੇ ਸੂਬਾ ਪਾਰਟੀ ਦੇ ਪ੍ਰਧਾਨ ਦੀ ਅਗਵਾਈ 'ਚ। ਮੈਂ ਨਾਂ ਗਿਣਾਉਣ ਲੱਗਿਆ ਬੀਜੇਪੀ ਦੇ। ਠੀਕ ਹੈ। ਬੀਜੇਪੀ ਦਾ ਪ੍ਰਧਾਨ ਜਾਂਦਾ ਜੀ ਸੁਨੀਲ ਜਾਖੜ, ਨਾਲ ਭਾਜਪਾਈ ਲੀਡਰ ਜਾਂਦਾ ਜੀ ਬਲਬੀਰ ਸਿੱਧੂ, ਨਾਲ ਭਾਜਪਾਈ ਲੀਡਰ ਜਾਂਦਾ ਕੇਵਲ ਸਿੰਘ ਢਿੱਲੋਂ ਜੀ, ਨਾਲ ਭਾਜਪਾਈ ਲੀਡਰ ਜਾਂਦਾ ਅਰਵਿੰਦ ਖੰਨਾ, ਨਾਲ ਭਾਜਪਾ ਦਾ ਲੀਡਰ ਜਾਂਦਾ ਰਾਜਕੁਮਾਰ ਬੇਰਕਾ, ਨਾਲ ਭਾਜਪਾ ਦਾ ਲੀਡਰ ਜਾਂਦਾ ਗੁਰਪ੍ਰੀਤ ਕਾਂਗੜ, ਨਾਲ ਭਾਜਪਾ ਦਾ ਲੀਡਰ ਜਾਂਦਾ ਬੀਬੀ ਲਖਵੀਰ ਕੌਰ ਗਰਚਾ, ਨਾਲ ਭਾਜਪਾ ਦਾ ਲੀਡਰ ਵਜੋਂ ਜਾਂਦੀ ਹੈ ਕੈਪਟਨ ਨਰਿੰਦਰ ਦੀ ਧੀ ਜੈਇੰਦਰ ਕੌਰ। ਠੀਕ ਹੈ। ਲੱਭਿਓ ਜੀ, ਇਹਦੇ ਵਿੱਚੋਂ ਬੀਜੇਪੀ ਲੱਭਦੀ ਹੈ? ਬਿਲਕੁਲ ਬਿਲਕੁਲ। ਜੇ ਲੱਭ ਜਾਵੇ ਤਾਂ ਮੈਨੂੰ ਦੱਸ ਦਿਓ ਜੀ। ਸੋ ਸਾਰੇ ਲੀਡਰ ਉਹ ਖੜੇ ਨੇ। ਇਹਨਾਂ ਦੇ ਇੱਕ ਗਿਆ ਜੀ ਸੁਭਾਸ਼ ਸ਼ਰਮਾ, ਜਿਹੜਾ ਮੈਂ ਕਿਹਾ ਜਨਰਲ ਸੈਕਟਰੀ RSS ਨੇ ਇੱਕ ਬੰਦਾ ਆਪਣਾ ਨਾਲ ਪੱਕਾ ਰੱਖਿਆ ਹੁੰਦਾ, ਇੱਕ ਰਕੇਸ਼ ਰਠੌਰ ਹੈ ਤੇ ਇੱਕ ਰਾਮੂ ਵਾਲੀ ਦੀ ਧੀ ਹੈ। ਉਹ ਵੀ ਇਹਨਾਂ ਦੀ ਆਪਣੀ ਨਹੀਂ ਹੈ, ਉਹ ਵੀ ਕਦੇ ਆਪਣੀ ਪਾਰਟੀ, ਕਦੇ ਅਕਾਲੀਆਂ ਨਾਲ, ਕਦੇ ਕਿਸੇ ਨਾਲ ਘੁੰਮ ਫਿਰ ਕੇ ਇੱਧਰ ਹੈ ਨਾ। ਬਿਲਕੁਲ ਜੀ। ਸੋ ਸਵਾਲ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਕੀ ਭਾਜਪਾ ਦਾ ਨਾਂ ਕਾਂਗਰਸ ਭਾਜਪਾ ਰੱਖ ਲਈਏ, ਜਾਂ ਉਹ ਕਾਂਗਰਸ ਮੁੱਕਦੀ ਜਾ ਰਹੀ ਹੈ ਤੇ ਸਾਰੀ ਇੱਧਰ ਹੁੰਦੀ ਜਾ ਰਹੀ ਹੈ। ਹੁਣ ਬੀਜੇਪੀ ਵਾਲੇ ਸੋਚਣ ਜੀ। ਹੁਣ ਅੰਦਰ ਬੈਠ ਕੇ ਤਾਂ ਰੋਂਦੇ ਹੋਣੇ ਕਿ ਉਹੀ ਕਿਸਾਨਾਂ ਨਾਲ ਤੋਂ ਛਿੱਤਰ ਖਾਂਦੇ ਰਹੇ, ਨਾਲ ਤਾਂ ਕਿਸਾਨਾਂ ਨਾਲ ਹੀ ਬਹਿ ਜਾਂਦੇ, ਸ਼ਾਇਦ ਸਾਡਾ ਬੀਜੇਪੀ ਮੁੱਲੇ ਪਾ ਲੈਂਦੀ ਜੀ। ਉਹ ਲੀਡਰਸ਼ਿਪ ਹੈ ਜਿਹੜੀ ਕਿਸਾਨ ਅੰਦੋਲਨ ਦੌਰਾਨ ਬੀਜੇਪੀ ਨੂੰ ਕੁੱਟਦੀ ਵੀ ਸੀ, ਗਾਲਾਂ ਵੀ ਕੱਢਦੀ ਸੀ, ਮੀਡੀਆ 'ਚ ਵੀ ਚੱਲਦੀ ਸੀ, ਚਾਹੇ ਆਪ ਲੁੱਕੇ ਰਹਿੰਦੀ ਸੀ, ਉਹ ਕਿਸਾਨਾਂ ਨੇ ਮੂੰਹ ਇਹ ਵੀ ਨਹੀਂ ਲਾਏ। ਤੇ ਹੁਣ ਦੂਏ ਪਾਸੇ ਨੇ। ਸੋ ਉਹ ਲੀਡਰਸ਼ਿਪ ਜਿਹਨੇ ਕੱਪੜੇ ਪੜਵਾਏ, ਟੋਲ ਪਲਾਜ਼ਿਆਂ ਤੇ ਆਪਣੀਆਂ ਗੱਡੀਆਂ ਬਣਵਾਈਆਂ, ਘਰਾਂ ਮੂਹਰੇ ਗੋਹਾ ਸਟਾਇਆ, ਧਰਨੇ ਲਵਾਏ, ਰੋਟੀ ਪਾਣੀ ਬੰਦ ਕਰਾਇਆ, ਦਾਲ ਭਾਜੀ ਰਕਵਾਈ, ਦੁੱਧ ਦੀ ਸਪਲਾਈ ਰਕਵਾਈ, ਅਗਲੇ ਹੁਣ ਫਿਰ ਘਰਾਂ 'ਚ ਬੈਠੇ ਨੇ। ਅਗਲੇ ਕਹਿੰਦੇ ਲੀਡਰ ਤਾਂ ਨੇ ਜੀ। ਤੁਸੀਂ ਤਸਵੀਰ ਦੇਖਿਓ ਜਿਹੜੀ ਰਾਜਪਾਲ ਨੂੰ ਮੰਗ ਪੱਤਰ ਦੇਣ ਵਾਲੀ ਆ, ਉਹ ਤਸਵੀਰ 'ਚੋਂ ਸਮਝ ਨਹੀਂ ਆਉਂਦੀ ਕਿ ਕਾਂਗਰਸ ਦੇ ਰਹੀ ਆ ਮੰਗ ਪੱਤਰ ਕਿ ਭਾਜਪਾ ਦੇ ਰਹੀ ਹੈ। ਭਾਜਪਾ ਦੇ ਰਹੀ, ਬਿਲਕੁਲ ਸਹੀ। ਸੋ ਪੰਜਾਬ ਭਾਜਪਾ ਦਾ ਪੂਰੀ ਤਰ੍ਹਾਂ ਕਾਂਗਰਸੀਕਰਨ ਹੋ ਚੁੱਕਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਹਦੇ ਨਾਲ ਕਾਂਗਰਸ ਦੀ ਵੋਟ ਪਲੱਸ ਹੁੰਦੀ ਹੈ ਬੀਜੇਪੀ ਕੋਲ, ਜਾਂ ਬੀਜੇਪੀ ਵਾਲੀ ਵੋਟ ਰੁੱਸ ਕੇ ਤਾਂ ਘਰੇ ਬਹਿੰਦੀ ਹੈ ਜਾਂ ਕਿਸੇ ਹੋਰ ਦੇ ਖਾਤੇ 'ਚ ਪੈਂਦੀ ਹੈ ਤੇ ਕਾਂਗਰਸ ਵਾਲੀ ਨਾਲ ਜਾਂਦੀ ਹੈ ਜਾਂ ਨਹੀਂ ਜਾਂਦੀ। ਸੋ ਇਹ ਸੁਨੀਲ ਜਾਖੜ ਲਈ ਦੋਹਰੀ ਚੁਣੌਤੀ ਹੋ ਗਈ। ਠੀਕ ਹੈ। ਇਹਦਾ ਮਤਲਬ ਅਜੇ ਤੱਕ ਉਹ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਤੁਰਨ 'ਚ ਕਾਮਯਾਬ ਨਹੀਂ ਹੋਏ। ਤੇ ਬੀਜੇਪੀ ਨੂੰ ਪੰਜਾਬ ਦਾ ਵੋਟਰ ਅਜੇ ਉਵੇਂ ਵੀ ਪਸੰਦ ਨਹੀਂ ਕਰ ਰਿਹਾ, ਉਵੇਂ ਵੀ ਗੱਲ ਲਾਉਣ ਲਈ ਤਿਆਰ ਨਹੀਂ। ਤੇ ਦੂਜਾ, ਉਹ ਜੇ ਆਪ ਇਹ ਨਾਰਾਜ਼ ਤੇ ਨਿਰਾਸ਼ ਹੁੰਦਾ ਆਪਣੀ ਟੀਮ ਤੋਂ, ਤਾਂ ਫਿਰ ਬੀਜੇਪੀ ਆਪਣਾ ਹਸ਼ਰ ਸੋਚੇ ਤੇ ਸੁਨੀਲ ਜਾਖੜ ਆਪਣਾ ਰਾਜਨੀਤਿਕ ਭਵਿੱਖ ਸੋਚਣ। ਸੋ ਮੈਨੂੰ ਤਾਂ ਲੱਗਦਾ ਇਹਨੂੰ ਨਾਂ ਬਦਲ ਕੇ ਆਪਣਾ ਹੁਣ ਪੰਜਾਬ ਭਾਜਪਾ ਦੀ ਬਜਾਏ ਪੰਜਾਬ ਕਾਂਗਰਸ ਭਾਜਪਾ ਰੱਖ ਲੈਣਾ ਚਾਹੀਦਾ। ਜੀ 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 ਜੀ। ਜਿਸ ਤਸਵੀਰ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਵਾਕਈ ਕੋਈ ਭਾਜਪਾਈ ਲੱਭਣਾ, ਪੁਰਾਣਾ ਟਕਸਾਲੀ ਭਾਜਪਾਈ ਲੱਭਣਾ ਬੜਾ ਔਖਾ ਹੈ। ਤੇ ਅਗਲੀ ਗੱਲ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੀ ਕਰ ਲਈਏ, ਸਨੀ ਦਿਓਲ ਦੀ। ਸਨੀ ਦਿਓਲ ਨੂੰ ਹੁਣ ਕਹਿੰਦੇ ਗੱਦਾਰ ਐਲਾਨ ਕੇ ਭਾਜਪਾ ਜਿਹੜੀ ਆ ਉਹ ਪਾਕਿਸਤਾਨ ਭੇਜੂਗੀ।
ਪ੍ਰਵੀਨ ਜੀ, ਸੰਨੀ ਦਿਓਲ ਪੰਜਾਬੀ ਪੁੱਤ ਹੈ, ਜੀ। ਧਰਮਿੰਦਰ ਦਾ ਪੁੱਤ ਹੈ ਨਾ, ਫਿਲਮਾਂ 'ਚ ਪੰਜਾਬ ਦੇ ਕਿਰਦਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ, ਉਹੀ ਜਿਹਾ ਜੋਰ ਜਜ਼ਬਾ ਦਿਖਾਉਂਦਾ ਹੈ। ਪੰਜਾਬ ਦੇ ਲੋਕਾਂ ਨੇ ਸਿਰ ਅੱਖਾਂ ਤੇ ਬਿਠਾਇਆ ਹੈ ਨਾ, ਸੁਨੀਲ ਜਾਖੜ ਨੂੰ ਹਰਾਇਆ ਜਦੋਂ ਕਾਂਗਰਸ ਵੱਲੋਂ ਸੀ ਹੈ ਨਾ, ਤੇ ਇਹਨੂੰ ਜਿਤਾਇਆ। ਮੁੜ ਕੇ ਮਾਂ ਦੇ ਪੁੱਤ ਨੇ ਪੰਜਾਬ ਤੱਕ ਹੀ ਉਹ ਆਪਣੇ ਹਲਕੇ ਦਾ ਵੀ ਰੁਖ ਨਹੀਂ ਕੀਤਾ, ਬਿਲਕੁਲ ਸਹੀ, ਉਹਨਾਂ ਦੀ ਸਾਰ ਵੀ ਨਹੀਂ ਲਈ। ਮਤਲਬ ਤੁਸੀਂ ਕਹਿੰਦੇ ਹੋ, ਮੈਂ ਮਤਲਬ ਫਿਲਮਾਂ ਦੇ ਵਿੱਚ ਡਾਇਲੋਗ ਤੁਹਾਡੇ ਐਡੇ ਐਡੇ ਵੱਡੇ ਨੇ ਹੈ, ਤੇ ਜਦੋਂ ਕਿਸਾਨਾਂ ਦੀ ਗੱਲ ਆਈ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ, ਤੁਸੀਂ ਲੱਭੇ ਨਹੀਂ ਕਿਤੇ, ਤੁਸੀਂ ਸਰਕਾਰ ਦੇ ਪਾਲੇ 'ਚ ਖੜੇ ਸੀ। ਸੋ ਪੰਜਾਬ ਦੇ ਮਨ 'ਚ ਸੰਨੀ ਦਿਓਲ ਪ੍ਰਤੀ ਰੋਸਾ ਵੀ ਹੈਗਾ, ਗੁੱਸਾ ਵੀ ਹੈਗਾ ਹੈ ਨਾ। ਪਰ ਸੰਨੀ ਦਿਓਲ ਨੇ ਹੁਣ ਗਦਰ 2 ਆ ਰਹੀ ਹੈ ਉਹਦੀ ਫਿਲਮ, ਜੀ, ਗਦਰ 2 ਫਿਲਮ ਦੇ ਹਵਾਲੇ ਨਾਲ ਉਹ ਫਿਲਮ ਦਾ ਉਹ ਟੀਜ਼ਰ ਕੀ ਰਿਲੀਜ਼ ਹੁੰਦਾ ਨਾ, ਕੁਝ ਟ੍ਰੇਲਰ, ਟੀਜ਼ਰ, ਨਹੀਂ ਟ੍ਰੇਲਰ ਤੋਂ ਪਹਿਲਾਂ ਇੱਕ ਟੀਜ਼ਰ ਹੁੰਦਾ ਕੁਝ ਹੈ ਨਾ, ਹਾਂ, ਉਹ ਰਿਲੀਜ਼ ਹੋਇਆ। ਉਹ ਰਿਲੀਜ਼ ਤੇ ਉਹਨਾਂ ਨੇ ਕੁਝ ਕਿਹਾ, ਤੇ ਉਹ ਕਈ ਜਿਹੜੀ ਗੱਲ, ਉਹ ਗੱਲ ਤਾਂ ਬੜੀ ਸੱਚੀ ਆ। ਜਦੋਂ ਤੁਸੀਂ ਪੰਜਾਬ ਦੇ ਹਵਾਲੇ ਨਾਲ ਹੈ ਨਾ, ਦੋਏ ਮੁਲਕਾਂ ਦੀ ਭਾਰਤ ਔਰ ਪਾਕਿਸਤਾਨ ਦੀ ਜਾਂ ਦੋਵਾਂ ਪੰਜਾਬਾਂ ਦੀ ਸਾਂਝ ਦੇ ਹਵਾਲੇ ਨਾਲ ਦੇਖਦੇ ਤਾਂ ਗੱਲ ਤਾਂ ਬੜੀ ਸੱਚੀ ਆ ਜੀ। ਪਰ ਉਹ ਬੀਜੇਪੀ ਕਿਵੇਂ ਹਜਮ ਕਰੂਗੀ, ਇਹ ਸਵਾਲ ਆ। ਸੰਨੀ ਦਿਓਲ ਕਹਿੰਦਾ ਕੁਝ ਲੈਣ ਦੇਣ ਦੀ ਗੱਲ ਨਹੀਂ ਜੀ, ਗੱਲ ਇਨਸਾਨੀਅਤ ਦੀ ਹੈ, ਝਗੜੇ ਨਹੀਂ ਹੋਣੇ ਚਾਹੀਦੇ, ਦੋਵੇਂ ਪਾਸੇ ਉਨਾ ਹੀ ਪਿਆਰ ਹੈ, ਇਹ ਸਭ ਸਿਆਸੀ ਖੇਲ ਹੈ। ਅੱਛਾ, ਵਾਹ। ਪਾਕਿਸਤਾਨ ਦੇ ਹਵਾਲੇ ਨਾਲ ਗਦਰ 2 ਦੀ ਪ੍ਰਮੋਸ਼ਨ ਦੌਰਾਨ ਸੰਨੀ ਦਿਓਲ ਇਹ ਗੱਲ ਕਹਿ ਰਿਹਾ, ਕੁਝ ਲੈਣ ਦੇਣ ਦੀ ਗੱਲ ਨਹੀਂ, ਗੱਲ ਇਨਸਾਨੀਅਤ ਦੀ ਹੈ, ਝਗੜੇ ਨਹੀਂ ਹੋਣੇ ਚਾਹੀਦੇ, ਦੋਵੇਂ ਪਾਸੇ ਉਨਾ ਹੀ ਪਿਆਰ ਹੈ, ਇਹ ਸਭ ਸਿਆਸੀ ਖੇਲ ਹੈ, ਜੋ ਨਫ਼ਰਤ ਫੈਲਾਉਂਦਾ ਹੈ ਇਹ ਸਭ ਕੁਝ ਤੁਸੀਂ ਮੇਰੀ ਫਿਲਮ 'ਚ ਵੀ ਦੇਖੋਗੇ ਹੈ ਨਾ। ਜਨਤਾ ਨਹੀਂ ਚਾਹੁੰਦੀ ਕਿ ਅਸੀਂ ਇੱਕ ਦੂਜੇ ਨਾਲ ਲੜੀਏ, ਆਖਰ ਅਸੀਂ ਇੱਕੋ ਮਿੱਟੀ ਦੇ ਬਣੇ ਹਾਂ। ਤੇ ਹੁਣ ਇਸ ਮਸਲੇ ਤੇ ਭਗਤਾਂ ਦੀਆਂ ਤਾਂ ਬੀਜੇਪੀ ਭਗਤਾਂ ਨੂੰ ਤਾਂ ਮਤਲਬ ਤਰੇਲੀਆਂ ਆ ਗਈਆਂ ਤੇ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਕਰ ਰਹੇ ਨੇ ਜੀ, ਟ੍ਰੋਲ ਕਰਕੇ ਪੁੱਛ ਰਹੇ ਨੇ ਜੀ ਕਿ ਇਹ ਭਾਜਪਾ ਦਾ ਐਮਪੀ ਕਿਵੇਂ ਬੋਲ ਗਿਆ ਜੀ, ਇਹ ਪਾਕਿਸਤਾਨ ਬਾਰੇ ਜੀ, ਇਹ ਪਾਕਿਸਤਾਨ ਨੇ ਤਾਂ ਕਰਤਾ ਜੀ, ਬੜਾ ਕੁਝ ਕਿਹਾ ਜਾ ਰਿਹਾ। ਪਰ ਮੇਰਾ ਸਵਾਲ ਤੋਂ ਥੋੜਾ ਵੱਖਰਾ ਹੈ। ਮੇਰਾ ਸਵਾਲ ਪ੍ਰਵੀਨ ਜੀ ਇਹ ਹੈ ਕਿ ਜਿਹੜੀ ਗੱਲ ਸੰਨੀ ਦਿਓਲ ਨੇ ਕਹੀ ਹੈ, ਜੇ ਇਹ ਗੱਲ ਸ਼ਾਹਰੁਖ ਖਾਨ ਨੇ ਕਹੀ ਹੁੰਦੀ, ਜੇ ਇਹ ਗੱਲ ਆਮੀਰ ਖਾਨ ਨੇ ਕਹੀ ਹੁੰਦੀ, ਫਿਰ ਦੇਖੋ, ਹਾਂ ਜੀ, ਜੇ ਗੱਲ ਸੈਫ ਅਲੀ ਖਾਨ ਨੇ ਕਹੀ ਹੁੰਦੀ ਜੀ, ਜੇ ਗੱਲ ਤੁਸੀਂ ਮੈਂ ਵਰਗੇ ਕਿਸੇ ਪੱਤਰਕਾਰ ਨੇ ਕਹੀ ਹੁੰਦੀ, ਪੰਜਾਬ ਦੇ ਕਿਸੇ ਸਿੱਖ ਚਿਹਰੇ ਨੇ ਕਹੀ ਹੁੰਦੀ, ਫਿਰ ਉਸੇ ਦਿਨ ਤੁਸੀਂ ਗੱਦਾਰ ਹੋਣੇ ਸੀ। ਬਿਲਕੁਲ, ਉਸੇ ਦਿਨੇ ਦੇਸ਼ ਛੱਡ ਦਿਓ, ਪਾਕਿਸਤਾਨ ਚਲੇ ਜਾਓ ਜੀ, ਗੋਲੀ ਮਾਰੋ ਸਾਲੋਂ ਕੋ, ਫਿਰ ਸਾਰਾ ਇਹੀ ਅਟੈਕ ਹੋਣੇ ਸੀ। ਹੁਣ ਸੰਨੀ ਦਿਓਲ ਨੂੰ ਬੀਜੇਪੀ ਕਹੂਗੀ, ਹੁਣ ਪੁੱਛੋ ਅਨੁਰਾਗ ਠਾਕਰ ਨੂੰ, ਹੁਣ ਪੁੱਛੋ ਜੋਗੀ ਨੂੰ, ਜਿਹੜੇ ਦਿੱਲੀ 'ਚ ਖੜ ਕੇ ਕਹਿੰਦੇ ਸੀਗੇ ਜੀ, ਤੇ ਹੁਣ ਇਸ ਨੂੰ ਕਦੋਂ ਭੇਜੋਗੇ ਜੀ ਬਾਰਡਰ ਪਾਰ, ਇਸ ਨੂੰ ਕਦੋਂ ਐਲਾਨੋਗੇ ਗੱਦਾਰ, ਕਦੋਂ ਕਰੋਗੇ ਇਹਦੇ ਉੱਤੇ ਨੁਕਤਾਚੀਨੀ ਜੀ। ਹੁਣ ਕਿਉਂ ਚੁੱਪ ਹੈ ਬੀਜੇਪੀ ਦੀ ਲੀਡਰਸ਼ਿਪ ਜਾਂ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਨੇ, ਹਾਂ ਆਮ ਲੋਕਾਂ ਨੂੰ ਜਿਹਨਾਂ ਨੂੰ ਝਟਕਾ ਲੱਗਿਆ ਭਾਜਪਾ ਭਗਤਾਂ ਨੂੰ, ਉਹ ਇਸ ਨਾਤੇ ਤੰਜ ਕੱਸ ਰਹੇ ਨੇ। ਤੇ ਪਰ ਸਵਾਲ ਇਹ ਹੈ ਕਿ ਇਹ ਮਸਲਾ ਤਾਂ ਪੰਜਾਬ ਚਿਰਾਂ ਤੋਂ ਗੱਲ ਕਰਦਾ ਜੀ, ਬਿਲਕੁਲ, ਤੇ ਤੁਸੀਂ ਉਹੀ ਵਪਾਰ ਹੁਣ ਖੋਲਣ ਲਈ ਵੀ ਤਿਆਰ ਹੋ, ਕੱਲ ਨੂੰ ਸੜਕ ਬਣਾ ਕੇ ਉਹਨਾਂ ਨਾਲ, ਫਿਰ ਉਹ ਚੰਗੇ ਵੀ ਹੋ ਜਾਣਗੇ। ਬਿਲਕੁਲ, ਨਵਾਜ਼ ਸ਼ਰੀਫ ਨਾਲ ਕੇਕ ਖਾਣ ਕੌਣ ਗਿਆ ਸੀ ਜੀ ਜੀ। ਸੋ ਇਸ ਲਈ ਉਸ ਹਵਾਲੇ ਨਾਲ ਠੀਕ ਹੈ, ਨਵਜੋਤ ਸਿੱਧੂ ਚਲਾ ਜਾਵੇ ਲਾਂਘੇ ਦੀ ਗੱਲ ਕਰ ਲਈ ਤਾਂ ਉਹ ਦੇਸ਼ ਧਰੋਹੀ ਹੈ। ਹਾਂਜੀ, ਸੋ ਇਸ ਲਈ ਇਹ ਸਭ ਸਮਝਣ ਦੀ ਲੋੜ ਹੈ ਕਿ ਚਿਹਰਾ ਮੋਹਰਾ, ਨਾਂ, ਰੰਗ, ਢੰਗ, ਸੂਬਾ, ਭਾਸ਼ਾ ਦੇਖ ਕੇ ਹਮਲੇ ਕਰਦੇ ਨੇ। ਇੱਥੋਂ ਸਮਝ ਦੀ ਲੋੜ ਹੈ, ਸੰਨੀ ਦਿਓਲ ਪੰਜਾਬ ਦੇ ਵਿੱਚ ਇੱਕ ਫੇਲ ਸਿਆਸਤਦਾਨ ਹੈ, ਪਰ ਇਸ ਬੋਲਾਂ ਦੇ ਹਵਾਲੇ ਨਾਲ ਹੁਣ ਸਮਝਣ ਦੀ ਲੋੜ ਹੈ ਕਿ ਭਾਜਪਾ ਹੁਣ ਕਿਹੜੇ ਰਾਹ ਤੇ ਕਹੂਗੀ ਉਹਨੂੰ। ਹੁਣ ਭਾਜਪਾ ਉਸ ਨੂੰ ਕਹੂਗੀ ਕਿ ਸਾਡਾ ਵੀ ਫੇਲ ਐਮਪੀ ਹੈ ਜੀ ਜੀ। ਸੋ ਹੁਣ ਇਹ ਵੱਡੀ ਚੁਣੌਤੀ ਬੀਜੇਪੀ ਦੇ ਮੂਹਰੇ ਆ ਗਈ ਹੈ ਕਿ ਹੁਣ ਜੀ, ਬਿਲਕੁਲ ਬਿਲਕੁਲ ਜੀ ਸ਼ਰਮਾ ਜੀ, ਚੁਣੌਤੀ ਤਾਂ ਹੈ, ਪਰ ਰੌਲਾ ਇਹ ਹੈ ਕਿ ਪੈਮਾਨੇ ਹੁੰਦੇ ਨੇ ਦੋ, ਆਪਣੇ ਵਾਰੀ ਹੋਰ ਤੇ ਦੂਜਿਆਂ ਵਾਰੀ ਹੋਰ। ਹਾਂਜੀ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਚੀਨ ਦੀ। ਚੀਨ ਦੇ ਨਾਲ ਹੁਣ ਕਹਿੰਦੇ ਵਪਾਰ ਕਰਨ ਤੋਂ ਕੇਂਦਰ ਸਰਕਾਰ ਨੂੰ ਕੋਈ ਇਤਰਾਜ਼ ਹੀ ਨਹੀਂ ਹੈ ਸ਼ਰਮਾ ਜੀ। ਪ੍ਰਵੀਨ ਜੀ, ਬੜੀ ਮੁਹਿੰਮ ਚਲਾਈ ਸੀ ਭਾਜਪਾ ਨੇ ਨਾ ਇੱਕ ਵਾਰ, ਕਿ ਇਹਨਾਂ ਦੀਆਂ ਲੜੀਆਂ ਨਹੀਂ ਲਾਉਣੀਆਂ, ਇਹਨਾਂ ਦੇ ਪਟਾਕੇ ਨਹੀਂ ਵਰਤਣੇ, ਹੈ ਨਾ, ਚੀਨੀ ਸਮਾਨ ਦਾ ਬਹਿਸ਼ਕਾਰ ਕਰੇ, ਇਹੋ ਜਿਹੇ ਟੈਗ ਦੇ ਕੇ, ਹੈ ਨਾ। ਸੋ ਉਹ ਲੋਕਾਂ ਨੇ ਪ੍ਰਚਾਰ ਕੀਤਾ ਜੀ, ਗਲੀਆਂ 'ਚ ਆ ਕੇ ਸਿੱਟੋ ਜੀ ਸਮਾਨ, ਆਹ ਕਰੋ ਜੀ। ਉਹਦੇ ਨਾਲ ਘਾਟਾ ਕਿਹਦਾ ਹੋਇਆ?
ਵਪਾਰੀ ਦਾ ਸਭ ਤੋਂ ਬੜਾ ਜਦੋਂ ਸਮਾਨ ਮੰਗਾ ਲਿਆ ਉਸ ਤੋਂ ਬਾਅਦ ਤੁਸੀਂ ਫੈਸਲਾ ਲੈ ਰਹੇ ਹੋ ਕਿ ਜੀ ਚੀਨ ਦੇ ਪਟਾਕੇ ਨਹੀਂ ਵਿਕਣਗੇ, ਚੀਨ ਦੀਆਂ ਲੜੀਆਂ ਨਹੀਂ ਵਿਕਣਗੀਆਂ, ਤੇ ਪਰ ਹੂੰ ਆਪ ਆਪਣੀ ਉਹ ਸਭ ਤੋਂ ਉੱਚੀ ਮੂਰਤੀ ਲੈ ਕੇ ਆਈਆਂ ਸੀ ਪਟੇਲ ਸਾਹਿਬ ਦੀ, ਤੇ ਉਹ ਚੀਨ ਤੋਂ ਬਣਵਾਈ ਅਸੀਂ। ਚੀਨ ਤੋਂ ਬਣਵਾਈ ਸੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ। ਠੀਕ ਹੈ। ਆ ਜੀ ਪਿਛਲੇ ਦਿਨੀ 2020 ਦੇ ਵਿੱਚ ਜਦੋਂ ਪੂਰਬੀ ਲਦਾਖ ਦੇ ਵਿੱਚ ਆਮੋ ਸਾਹਮਣਾ ਹੋਇਆ, ਹੂੰ ਟਕਰਾਅ ਵਧਿਆ, ਉਹ ਤੋਂ ਬਾਅਦ ਫੇਰ ਕਿਆ ਸਾਡੀ ਵਪਾਰਕ ਸਾਂਝ ਟੁੱਟ ਗਈ, ਸਾਰਾ ਕੁਝ ਅਸੀਂ ਨਹੀਂ ਕਰਾਂਗੇ ਜਿਨ੍ਹਾਂ ਨਾਲ। ਤੇ ਹੂੰ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਤੇ ਅੰਦਰੋਂ ਸਾਂਝ ਰੱਖਦੇ ਹੋ। ਹੁਣ ਕੇਂਦਰੀ ਮੰਤਰੀ ਹੈ ਜੀ ਰਾਜੀਵ ਚੰਦਰ ਸ਼ੇਖਰ, ਜੀ ਉਹਦਾ ਬਿਆਨ ਆਇਆ, ਉਹ ਕਹਿੰਦਾ ਚੀਨ ਨਾਲ ਸਾਡੀ ਵਪਾਰਕ ਸਾਂਝ ਅੱਗੇ ਵਧੂਗੀ ਬਸ਼ਰਤੇ ਉਹ ਬਸ ਭਾਰਤੀ ਕਾਨੂੰਨ ਦੇ ਪਾਲਣਾ ਕਰਨ ਲਈ ਤਿਆਰ ਹੋਣ। ਅਸੀਂ ਉਹਨਾਂ ਨਾਲ ਡੀਲ ਕਰਾਂਗੇ, ਉਹਨਾਂ ਨਾਲ ਵਪਾਰ ਚੱਲੂਗਾ। ਵਪਾਰ ਚੱਲ ਵੀ ਰਿਹਾ, ਜੀ ਕਾਰੋਬਾਰ ਚੱਲ ਵੀ ਰਿਹਾ, ਕੁਝ ਨਹੀਂ ਰੁਕਿਆ। ਹੂੰ ਸੋ ਇਸ ਲਈ ਇਹ ਸਰਕਾਰੀ ਚਿਹਰੇ ਦਿਖਾਉਣ ਦੇ ਹੋਰ, ਖਾਣ ਦੇ ਹੋਰ, ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ। ਸੋ ਇਸ ਖਬਰ ਦੀ ਖਾਸੀ ਚਰਚਾ ਜੀ ਕਿ ਚੀਨੀ ਕੰਪਨੀਆਂ ਦੇ ਲਈ ਹੁਣ ਭਾਰਤ ਦੇ ਵਿੱਚ ਵਪਾਰਕ ਰਾਹ ਖੁੱਲ ਰਿਹਾ, ਹੋਰ ਵੱਡੇ ਪੱਧਰ ਤੇ ਖੁੱਲ ਰਿਹਾ। ਕੇਂਦਰ ਸਰਕਾਰ ਉਹਦੇ ਕੁਝ ਖਰੜੇ ਤਿਆਰ ਕਰ ਰਹੀ ਹੈ ਔਰ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਇਸ ਪਰ ਕੰਮ ਕਰ ਰਹੇ ਨੇ ਤੇ ਬਕਾਇਦਾ ਤੌਰ ਤੇ ਉਹਨਾਂ ਤਾਲਮੇਲ ਹੈ। ਬਸ ਇੱਕ ਲਾਈਨ ਕਹਿ ਕੇ ਕਿ ਹਾਂ ਜੀ ਬਸ਼ਰਤੇ ਉਹ ਭਾਰਤੀ ਕਾਨੂੰਨ, ਜਦੋਂ ਵੀ ਕਿਸੇ ਸੂਬੇ 'ਚ ਕਿਸੇ ਦੇਸ਼ 'ਚ ਤੁਸੀਂ ਕੋਈ ਵਪਾਰ ਕਰਨਾ ਤਾਂ ਉਹਨਾਂ ਦੀਆਂ ਸ਼ਰਤਾਂ ਤਾਂ ਤੈਅ ਹੀ ਹੁੰਦੀਆਂ, ਉਸੇ ਪੈਮਾਨੇ ਤੇ ਕਰਨਾ। ਸੋ ਇਸ ਲਈ ਇਹ ਸਾਰਾ ਕੁਝ ਸਮਝਣ ਦੀ ਲੋੜ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਤੁਸੀਂ ਸਿਆਸੀ ਮਸਲਿਆਂ 'ਚ ਉਲਝ ਕੇ ਆਪਣਾ ਆਪਾ ਨਾ ਗਵਾ ਕੇ ਇੱਕ ਦੂਜੇ ਨਾਲ ਵਿਵਹਾਰ ਨਾ ਵਿਗਾੜਿਆ ਕਰੋ। ਸੋ ਗਵਾਂਢ ਨਾਲ ਭਾਈਚਾਰਾ ਹੀ ਚੰਗਾ ਹੁੰਦਾ ਹੈ, ਚਾਹੇ ਉਹ ਘਰ ਦਾ ਗਵਾਂਢ ਹੋਵੇ, ਚਾਹੇ ਉਹ ਸੂਬੇ ਦਾ ਗਵਾਂਢ ਹੋਵੇ ਤੇ ਚਾਹੇ ਮੁਲਕ ਦਾ ਗਵਾਂਢ ਹੋਵੇ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਭਾਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।